Welcome back, dear students. Today our chapter number 10 from class 8. ਅੱਜ ਅਸੀਂ 8ਵੀਂ ਕਲਾਸ ਦਾ ਸਾਇੰਸ ਦਾ ਚੈਪਟਰ ਦੱਸ ਕਰਾਂਗੇ ਰੀਚਿੰਗ ਦਾ ਏਜ ਆਫ ਐਡੋਲੈਸੈਂਸ। ਸੋ ਪਿਛਲੇ ਚੈਪਟਰ 'ਚ ਤੁਸੀਂ ਰੀਪਰੋਡਕਸ਼ਨ ਦੇ ਬਾਰੇ ਪੜ੍ਹ ਚੁੱਕੇ ਹੋ। ਜਾਨਵਰਾਂ ਦੇ ਵਿੱਚ ਰੀਪਰੋਡਕਸ਼ਨ ਜੋ ਹੈ ਰੀਪਰੋਡਕਸ਼ਨ ਇਨ ਐਨੀਮਲ ਕਿਸ ਤਰ੍ਹਾਂ ਹੁੰਦੀ ਹੈ ਐਂਡ ਗਰੋਇੰਗ ਅਪ ਟੂ ਸਰਟਨ ਏਜ ਡੈਟ ਹਿਊਮਨ ਬੀਇੰਗ ਐਂਡ ਮੈਨੀ ਅਦਰ ਐਨੀਮਲ ਕੈਨ ਰਿਪਰੋਡਿਊਸ। ਕੁਛ ਉਮਰ ਦੇ ਬਾਅਦ ਉਹਨਾਂ ਵਿੱਚ ਵਾਧੇ ਦੇ ਬਾਅਦ ਪ੍ਰਜਨਨ ਸ਼ੁਰੂ ਹੋ ਜਾਂਦਾ ਹੈ। ਵਾਈ ਕੈਨ ਐਨੀਮਲ ਰੀਪਰੋਡਿਊਸ ਓਨਲੀ ਆਫਟਰ ਸਰਟਨ ਏਜ। ਕਿਉਂ, ਕੀ ਕਾਰਨ ਹੈ ਕਿ ਕੁਛ ਉਮਰ ਦੇ ਬਾਅਦ ਹੀ ਜੋ ਰੀਪਰੋਡਕਸ਼ਨ ਜੋ ਪ੍ਰਜਨਨ ਹੋ ਸਕਦਾ ਹੈ। ਤਾਂ ਇਸ ਚੈਪਟਰ ਦੇ ਵਿੱਚ ਅਸੀਂ ਪੜ੍ਹਾਂਗੇ ਕਿਹੜੀ ਚੇਂਜਿਸ ਆਉਂਦੀ ਹੈ ਬੋਡੀ ਦੇ ਵਿੱਚ ਜਦੋਂ ਰੀਪਰੋਡਕਸ਼ਨ ਕਰਨ 'ਚ ਕਾਬਲ ਹੁੰਦਾ ਹੈ। ਸੋ ਐਡੋਲੈਸੈਂਸ ਐਂਡ ਪਾਵਰਟੀ ਦੀ ਗੱਲ ਕਰਾਂਗੇ। ਬੂਜ਼ਰ ਜੋ ਹੈ ਉਹ ਸੈਲੀਬ੍ਰੇਟ ਕਰ ਰਹੇ ਸੀ ਆਪਣਾ 12ਵਾਂ ਜਨਮ ਦਿਨ ਅਤੇ ਉਹਦੇ ਬਾਅਦ ਉਹਨਾਂ ਦੇ ਜੋ ਦੋਸਤ ਚਲੇ ਗਏ ਤਾਂ ਬੂਜ਼ੋ ਐਂਡ ਪਹੇਲੀ ਬਿਗੇਨ ਚੈਟਿੰਗ ਵਿਦ ਈਚ ਪੇਰੈਂਟਸ ਨਾਲ ਗੱਲ ਕਰਨ ਲੱਗੇ। ਪਹੇਲੀ ਨੇ ਸਟੱਡੀ ਕੀ ਇਨ ਆਲ ਦਾ ਗਰਲ ਸਕੂਲ ਦੀਆਂ ਕੁੜੀਆਂ ਦੇ ਬਾਰੇ ਉਹਨੇ ਦੇਖਿਆ ਐਂਡ ਸ਼ੀ ਸਟਾਰਟਡ ਲਾਫਿੰਗ ਐਂਡ ਰਿਮਾਰਕ ਡੈਟ ਮੈਨੀ ਆਫ ਬੂਜੋਸ ਸਕੂਲ ਦੇ ਫਰੈਂਡ ਹੈ whom she met after a year had suddenly shot up in height। ਵੀ ਉਹਨਾਂ ਦੀਆਂ ਜਿਹੜੀਆਂ ਫਰੈਂਡਸ ਦੀ ਹਾਈਟ ਵੱਧ ਗਈ ਹੈ, ਪਹਿਲੇ ਛੋਟੀਆਂ ਸੀ ਹੁਣ ਵੱਡੀਆਂ ਹੋ ਗਈਆਂ। ਸਮ ਆਫ ਦੇਮ ਜੋ ਹੈ ਕੁਛ ਭੱਦੀਆਂ ਦਿਖਾਈ ਦੇ ਰਹੀਆਂ, ਕਈਆਂ ਦੇ ਸਿਰ 'ਤੇ ਵਾਲ ਵੱਧ ਗਏ, ਲਿਪਸ 'ਤੇ ਵਾਲ ਆ ਗਏ। ਹਰ ਮਦਰ ਐਕਸਪਲੇਨ ਡੈਟ ਦਾ ਬॉयਜ਼ ਹੈਡ ਗਰੋਨ ਅਪ। ਮੁੰਡੇ ਵੀ ਵੱਧ ਗਏ ਅਤੇ ਕੁੜੀਆਂ ਵੀ। ਤੋ ਗਰੋਥ ਬਿਗੇਨ ਫਰੋਮ ਦਾ ਡੇ ਵਨ ਇਜ਼ ਕਾਲਡ ਬੋਰਨ। ਜਦੋਂ ਬੰਦੇ ਦਾ ਜਨਮ ਹੁੰਦਾ ਹੈ ਉਦੋਂ ਤੋਂ ਹੀ ਗਰੋਥ ਸ਼ੁਰੂ ਹੋ ਜਾਂਦੀ ਹੈ। ਬਟ ਅਪੋਨ ਕ੍ਰੋਸਿੰਗ 10 ਐਂਡ 11 10-11 ਸਾਲ ਦੀ ਜਦੋਂ ਉਮਰ ਹੁੰਦੀ ਹੈ ਤਾਂ ਸਪਰਟ ਹੁੰਦੀ, ਗਰੋਥ ਬਹੁਤ ਤੇਜ਼ੀ ਨਾਲ ਹੁੰਦੀ ਹੈ ਜੋ ਅਸੀਂ ਦੇਖ ਸਕਦੇ ਹਾਂ। ਸੋ ਚੇਂਜਿਸ ਟੇਕਿੰਗ ਪਲੇਸ ਇਨ ਬੋਡੀ ਆਰ ਪਾਰਟ ਆਫ ਗਰੋਇੰਗ ਅਪ। ਸੋ ਇਹ ਵੀ ਗਰੋਥ ਦਾ ਇੱਕ ਹਿੱਸਾ ਹੈ। ਸੋ ਦੇ ਇੰਡੀਕੇਟ ਡੈਟ ਦੇਰ ਆਰ ਨੋ ਲੋਂਗਰ ਏ ਚਾਈਲਡ ਬਟ ਆਰ ਨੋ ਵੇ ਆਫ ਬਿਕਮਿੰਗ ਅਡਲਟ। ਹੁਣ ਇਸ ਏਜ ਤੋਂ ਪਤਾ ਲੱਗ ਜਾਂਦਾ ਹੈ ਕਿ ਹੁਣ ਬੱਚੇ ਨਹੀਂ ਰਹੇ, ਹੁਣ ਵਧਣ ਲੱਗੇ। I wondered how long this period marked by changes in our body will last। ਇਹ changes ਕਦੋਂ ਤੱਕ ਰਹਿਣਗੀਆਂ। ਸੋ ਇਟ ਇਜ਼ ਸਟ੍ਰੇਂਜ ਪੀਰੀਅਡ ਆਫ ਲਾਈਫ। ਐਡੋਲੈਸੈਂਸ ਜੋ ਹੈ ਇੱਕ ਬੜਾ ਹੈਰਾਨੀਜਨਕ ਸਮਾਂ ਹੁੰਦਾ ਹੈ। ਨਾਈਦਰ ਚਾਈਲਡ ਔਰ ਨੋ, ਨਾ ਇਹ 'ਚ ਬੱਚਾ ਹੁੰਦਾ ਹੈ ਤਾਂ ਨਾ ਇਹ 'ਚ ਜਵਾਨ ਹੁੰਦਾ ਹੈ। ਇਟ ਇਜ਼ ਵੰਡਰਡ ਐਟ ਵੈਦਰ ਦਿਸ ਪੀਰੀਅਡ ਬਿਟਵੀਨ ਦ ਚਾਈਲਡ ਐਂਡ ਅਡਲਟਹੁੱਡ ਏ ਸਪੈਸ਼ਲ ਨੇਮ। ਸੋ ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਐਡੋਲੈਸੈਂਸ ਕਹਿ ਦਿੰਦੇ ਹਾਂ। ਲੀਡਿੰਗ ਟੂ ਰਿਪਰੋਡਕਟਿਵ ਮੈਚੋਰਿਟੀ 'ਚ ਰਿਪਰੋਡਕਟਿਵ ਮੈਚੋਰਿਟੀ ਸ਼ੁਰੂ ਹੋ ਜਾਂਦੀ ਹੈ। ਐਡੋਲੈਸੈਂਸ ਜੋ ਹੈ ਇਹ 11 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ 18-19 ਸਾਲ ਤੱਕ ਰਹਿੰਦੀ ਹੈ। ਇਹਨੂੰ ਟੀਨ ਏਜ ਕਹਿੰਦੇ ਆ, ਠੀਕ ਹੈ। ਐਡੋਲੈਸੈਂਸ ਜੋ ਹੈ ਇਹਦੇ ਵਿੱਚ ਟੀਨੇਜਰ ਦਾ ਵੀ ਨਾਂ ਦੇ ਦਿੰਦੇ ਇਹਨੂੰ। ਗਰਲਸ ਜੋ ਐਡੋਲੈਸੈਂਸ ਏਜ ਹੈ ਬਿਗਿਨ ਏ ਈਅਰ ਔਰ 2 ਅਰਲੀਅਰ ਇਨ ਬॉयਜ਼। ਮੁੰਡਿਆਂ ਦੇ ਨਾਲੋਂ ਕੁੜੀਆਂ ਜਿਹੜੀਆਂ ਜਲਦੀ ਐਡੋਲੈਸੈਂਸ 'ਚ ਆ ਜਾਂਦੀਆਂ। ਤਾਂ ਪੀਰੀਅਡ ਆਫ ਐਡੋਲੈਸੈਂਸ ਫਰੋਮ ਪਰਸਨ ਟੂ ਪਰਸਨ ਜਿਹੜਾ ਵੇਰੀ ਕਰਦਾ ਹੈ। ਸੋ ਹਿਊਮਨ ਬੋਡੀ ਜੋ ਹੈ ਅੰਡਰਗੋ ਸੈਵਰਲ ਚੇਂਜਿਸ। ਐਡੋਲੈਸੈਂਸ ਜਦੋਂ ਹੁੰਦੀ ਹੈ ਇਹਦੇ ਵਿੱਚ ਕਈ ਚੇਂਜਿਸ ਆਉਂਦੀਆਂ। ਸੋ ਦੀਜ਼ ਚੇਂਜਿਸ ਜੋ ਹੈ ਉਹਦੇ ਬਾਅਦ ਪਾਵਰਟੀ ਸ਼ੁਰੂ ਹੋ ਜਾਂਦੀ ਹੈ, ਰੀਪਰੋਡਕਟਿਵ ਹੈਲਥ ਸ਼ੁਰੂ ਹੋ ਜਾਂਦਾ। ਅਤੇ ਦਾ ਮੋਸਟ ਇੰਪੋਰਟੈਂਟ ਚੇਂਜ ਜੋ ਹੈ ਇਹਦੇ ਵਿੱਚ ਹੈ ਬॉयਜ਼ ਐਂਡ ਗਰਲ ਬਿਕਮ ਕੈਪੇਬਲ ਆਫ ਰੀਪਰੋਡਕਸ਼ਨ। ਉਹ ਬੱਚਿਆਂ ਨੂੰ ਜਨਮ ਦੇ ਸਕਦੇ ਆ, ਕੁੜੀ ਮੁੰਡਾ ਹੋਣ, ਬੱਚੇ ਪੈਦਾ ਕਰ ਸਕਦੇ ਆ। ਪਾਵਰਟੀ ਐਂਡ ਵੈਨ ਦਾ ਐਡੋਲੈਸੈਂਸ ਰੀਚਿਜ਼ ਰਿਪਰੋਡਕਟਿਵ ਮੈਚੋਰਿਟੀ। ਜਦੋਂ ਪੂਰੀ ਤਰ੍ਹਾਂ ਰੀਪਰੋਡਕਟਿਵ ਮੈਚੋਰ ਹੋ ਜਾਂਦਾ ਅਤੇ ਉਹਦੇ ਬਾਅਦ ਜੋ ਪਾਵਰਟੀ ਹੈ ਸ਼ੁਰੂ ਹੋ ਜਾਂਦੀ ਹੈ ਅਤੇ ਐਡੋਲੈਸੈਂਸ ਜੋ ਹੈ ਖ਼ਤਮ ਹੋ ਜਾਂਦੀ ਹੈ, ਪੂਰਾ ਅਡਲਟ ਹੋ ਜਾਂਦਾ ਹੈ। ਚੇਂਜਿਸ ਕਿਹੜੀਆਂ ਆਉਂਦੀਆਂ, ਪਹਿਲੇ ਹਾਈਟ। ਸਭ ਤੋਂ ਵੱਡੀ ਚੇਂਜਿਸ ਹੈ ਹਾਈਟ ਵੱਧਦੀ ਹੈ। ਐਟ ਦਾ ਟਾਈਮ ਜਿਹੜੀਆਂ ਲੌਂਗ ਬੋਨ ਹੈ ਡੈਟ ਦਾ ਬੋਨਸ ਆਫ ਆਰਮ ਐਂਡ ਲੈਗ ਜਿਹੜੀਆਂ ਉਹ ਵੱਧਦੀਆਂ ਹੈ। ਸੋ ਇਹਦੇ ਵਿੱਚ ਐਕਟੀਵਿਟੀਜ਼ ਤੁਸੀਂ ਦੇਖ ਸਕਦੇ ਹੋ। ਫੋਲੋਇੰਗ ਚਾਰਟ ਜੋ ਹੈ ਤੁਹਾਨੂੰ ਐਵਰੇਜ ਗਰੋਥ ਦੱਸੇਗਾ ਬॉयਜ਼ ਐਂਡ ਗਰਲਸ ਦੀ। ਇਹਦੇ 'ਚ ਫਿਗਰ 2 ਕਾਲਮ ਦੀ ਹੈ, ਪਰਸੈਂਟੇਜ ਹਾਈਟ ਪਰਸਨ ਦੀ ਦੱਸੀ ਹੈ। ਜਿਸ ਤਰ੍ਹਾਂ ਬਾਈ ਦਾ ਏਜ 11 ਜੋ ਬॉयਜ਼ ਹੈ ਉਹਦੀ 81% ਜੋ ਹਾਈਟ ਹੈ, ਵਾਈਲ ਗਰਲ ਜੋ ਹੈ 88% ਹੈ। ਤਾਂ ਦੀਸ ਫਿਗਰ ਆਰ ਓਨਲੀ ਰਿਪਰਜੈਂਟੇਟਿਵ ਐਂਡ ਦੇਰ ਮੇ ਵੀ ਵੇਰੀਏਸ਼ਨਸ। ਤੋਂ ਇੱਥੋਂ ਦੇਖ ਸਕਦੇ ਹਾਂ 8, 9, 10, 18 ਸਾਲ ਤੱਕ ਕਿੰਨੀ ਪਰਸੈਂਟੇਜ ਹਾਈਟ ਵੱਧਦੀ ਹੈ ਮੁੰਡਿਆਂ ਅਤੇ ਕੁੜੀਆਂ ਦੀ। ਸੋ ਇਹ 'ਚ ਜ਼ਿਆਦਾਤਰ ਕੁੜੀਆਂ ਦਾ ਜ਼ਿਆਦਾ ਦੱਸਿਆ ਹੋਇਆ। ਤਾਂ ਕੈਲਕੂਲੇਸ਼ਨ ਕਿੱਦਾਂ ਕਰ ਸਕਦੇ ਫੁੱਲ ਹਾਈਟ ਦੀ। ਪਹਿਲੇ ਇਹਦੇ ਵਿੱਚ ਹਾਈਟ ਸੈਂਟੀਮੀਟਰ 'ਚ ਦੇਖਣੀ ਹੈ। ਫੁੱਲ ਹਾਈਟ ਉਸ ਏਜ 'ਚ ਕਿੰਨੀ ਹੋ ਸਕਦੀ ਅਤੇ 100 ਨਾਲ ਗੁਣਾ ਕਰ ਦੇਣਾ। ਜਿਸ ਤਰ੍ਹਾਂ ਇੱਕ 9 ਸਾਲ ਹੈ ਮੁੰਡੇ ਦੀ ਉਮਰ ਅਤੇ ਉਹ 120 ਸੈਂਟੀਮੀਟਰ ਦਾ ਅਤੇ ਐਟ ਦਾ ਏਜ ਇਹਦੇ ਵਿੱਚ ਕਿੰਨੀ ਹੁੰਦੀ ਹੈ 9 ਸਾਲ ਦੇ ਵਿੱਚ 75%। ਸੋ ਇਹਨੂੰ 120 ਨੂੰ 75 ਨਾਲ ਡਿਵਾਈਡ ਕਰ ਦੇਣਾ ਅਤੇ 160 ਸੈਂਟੀਮੀਟਰ ਉਹ ਟਾਲ ਹੋਏਗਾ। ਸੋ ਇੱਥੋਂ ਅਸੀਂ ਸਮਝ ਸਕਦੇ ਹਾਂ।
सो ये जोड़ा ग्राफ है तो समझ आ जाता है कि जी हाइट है बढ़ती जाती है। इनिशली जो गर्ल है फास्ट ग्रो करदियाँ, दैन बॉय अबाउट बाय 18 एज बोथ रीचिज देयर मैक्सिमम हाइट। 18 साल ते दोनों की हाइट मैक्सिमम हो जाती है, ठीक है। कुड़ियाँ च हाइट जल्दी बढ़ती है। सम मे ग्रो सडनली एट पॉवर्टी एंड देन स्लो डाउन वाइल अदर कैन ग्रो ग्रैजुअली। कईयां दे विच ग्रोथ पॉवर्टी दे ज़्यादा होंदी, बाद चों घट जाती है। सो आई एम वर्ried थो आई हैव बिकम टालर माई फेस लुक मच स्मॉलर एज़ कंपेयर टू माई बॉडी। कहती मेरा मूँह छोटा है पर मेरी हाइट बढ़ गई है। सो देर इज़ नो नीड, पहली ये वरी करने की कोई चिंता नहीं है। आल पार्ट ऑफ बॉडी डू नॉट ग्रो एट सेम रेट। सम टाइम द आर्म एंड लैग और हैड एंड फीट एडोलेसेंस लुक ओवर साइज एंड आउट ऑफ प्रपोर्शन बट सून द पार्ट कैचेस फॉर द रिजल्ट प्रपोर्शनेटली। सो शरीर के कई हिस्से है वो थोड़ी देर नाल बढ़ते हैं, कई बड़ी जल्दी बढ़ते हैं। सो एडोलेसेंस से सानू तुहाडियां लत्तां बाहां ज़्यादा लंबियां लगणगियां, मूँह छोटा लगेगा, पर बाद विच एडोलेसेंस के बाद बैलेंस हो जाते हैं। चेंज इन बॉडी शेप, बॉडी की जी शेप है चेंज हो जाती है, ठीक है। गर्ल्स दे विच बेस्ट जो उन्होंने छाती है, उन्होंने जो नीचे पैल्विक गर्डल है, हिप का साइज़ बढ़ जाता है, वॉइस के मसल्स बढ़ जाते हैं, उन्होंने बाल आ जाते मूँह ते, उसदे बाद वॉइस चेंजिस आ जाती है। जोड़ा वॉइस बॉक्स है साढ़े गले च होंदा है, जिन्हों लेयरिंग्स कहते हैं, ये जोड़ा ज़्यादा ग्रो करता है। वॉइस की जी आवाज़ है वड्डी हो जाती, वड्डा होंदा है, भारी आवाज़ हो जाती है, तो प्रोट्यूडिंग हो जाता थ्रोट के बाहर। ये तुहानूं गला जो बाहर नूं आंदा नज़र आता है, इनू एडम्स एप्पल कहते। इस तरीके नाल तुसीं देख सकते हो, ये बाहर आना शुरू हो जाता एडोलेसेंस ते। सो जनरली गर्ल्स जो है इन्हां दी हाई पिच तिखी आवाज़ होंदी है, मुंडियां दी जिहड़ी आवाज़ डीप भारी आवाज़ होंदी है। समटाइम जी वॉइस की जोड़े मसल्स है वॉइस बॉक्स के डिवेलप नहीं होंगे, तो उन्होंने जी आवाज़ है थोड़ी खराश आती है, खुरास। दिस स्टेट जो है मे रिमेन फॉर फ्यू डेज़ और वीक आफ्टर गम नॉर्मल, के पहले आवाज़ जी उन्होंने थोड़ी खराब आती है, फिर वो ठीक हो जाती है। साउंड बॉक्स हौली हौली डिवेलप होता है। मैनी ऑफ माई क्लासमेट हैव खुरास वॉइस नो आई नो वाई। हुण मैनूं समझ आ गया क्यों उन्होंने आवाज़ खुरास है। इनक्रीज एक्टिविटी ऑफ स्वेट एंड स्वेसिस ग्लैंड, पसीना आना शुरू हो जाता, जो स्किन से ऑयल निकलना शुरू हो जाता है, ठीक है। ए फ्यू ग्लैंड सच एज स्वेट ग्लैंड, ऑयल ग्लैंड या सलेवरी ग्लैंड, उन्होंने स्क्रीशन जो है बदनी शुरू हो जाती है। एंडोक्राइन जी अपने हारमोन देने शुरू हो जाते हैं, ब्लड से ज़्यादा हारमोन आने शुरू हो जाते हैं। सो जी एंडोक्राइन ग्लैंड है डक्टलैस ग्लैंड है, इन्हां दी कोई डक्ट नहीं होंदी, सीधा हारमोन ब्लड च दिंदे हैं। सो ये एक्टिविटी बढ़ जाती है स्किन की ग्लैंड की, तो सैक्स ऑर्गन जी डिवेलप हो जाती है। सैक्स ऑर्गन जो है पॉवर्टी ते मेल सैक्स ऑर्गन टेस्टिस ते पेनिस का साइज़ बढ़ जाता है। फीमेल दे वजाइना का तो ओवरी का साइज़ बढ़ जाता है, ब्रैसट का साइज़ बढ़ जाता है। रीचिंग मैंटल एंड इंटलैक्चुअल इमोशनल मैच्योरिटी, ये मानसिक भी इमोशनल ते विकास होंदा है। एडोलेसेंस एज ते परसन की थिंकिंग जी है, सोचण शक्ति भी चेंज हो जाती है। इंडिपेंडेंट लगता, अपने आप को समझदा है, तो टेंड टू स्पेंड कंसिडरेबल टाइम, अपना जो समा है ज़्यादा सियाने लोगों नाल गुजारदा है। तो ओफन टाइम इज़ वंस लाइफ व्हेन ब्रेन हैज़ ग्रेटेस्ट कैपेसिटी, इस वेले ब्रेन की बड़ी कैपेसिटी होंदी है। समटाइम होएवर एडोलेसेंस मे फील इनसिक्योर, बट कईयां नूं इनसिक्योर फील होंदा है, एडजस्ट नहीं कर पाते समाज दे नाल। बट एज एडोलेसेंस लर्नर यू शुड नो देर इज़ नो रीजन टू फील इनसिक्योर। पर सानू इस एज घबराना नहीं चाहिए, सानू सियाणिਆਂ की हैल्प जरूर लैनी चाहिए है। सैकेंडरी सैक्शुअल चेंजिस आ जाती हैं, ये स्पर्म जोड़े शुक्राणु तो एग जोड़े रिलीज़ होने शुरू हो जाते हैं। सैकेंडरी सैक्स करैक्टर के जोड़े मुंडे इन्हों के हेयर आ जाते चैसट ते, बोथ बॉयज़ एंड गर्ल इन्हों दे बाहां ग्रो करदियाँ, तो प्यूबिक ते थाइस जोड़े पट ते जो बटक्स का साइज़ बढ़ जाता इन्हों का। बूजो एंड पहेली विश टू नो वट इनिशिएट चेंजिस एट पॉवर्टी, किहड़ी चेंजिस आती, द चेंजिस विच अकर एट एडोलेसेंस, उन्होंने हारमोन कंट्रोल करते हैं एडोलेसेंस की चेंजिस में। तो हारमोन जोड़े कैमिकल्स होंगे हैं सीधे ब्लड च आ जाते हैं, एंडोक्राइन ग्लैंड इनू रिलीज़ करती हैं। जिदा एंडोक्राइन ग्लैंड मेल हारमोन है, सैक्स हारमोन है टेस्टोस्टेरोन, ये साडे टेस्टिस तो रिलीज़ होंदा पॉवर्टी ते। सो ये मेल के करैक्टर बनते हैं, पुरुष वाले करैक्टर ज़्यादा आते हैं, मूँह ते दाढ़ी मुच्छां आ जांदियां, ठीक है। तो फीमेल्स जोड़ा हारमोन एस्ट्रोजन है, फीमेल्स छाती का साइज़ बढ़ता है, इन्हों ब्रैसट का मिल्क निकलना शुरू हो जाता है, ठीक है। प्रोडक्शन ऑफ दीज हारमोन अंडर द कंट्रोल ऑफ अनदर हारमोन
जो कि पिट्यूटरी साडे दिमाग 'ਚ एक ग्रंथि हुंदी है, वो इन्हां हारमोन नूं कंट्रोल करदी है। हुण हारमोन दा रोल की है इन रिप्रोडक्टिव फंक्शन। सो हारमोन जो है ब्लड स्प्रीन 'ਚ आ जाते हैं, ब्लड 'ਚ आ जाते हैं, ठीक है। तो टारगेट साइट जिथे दा काम उत्थे जाते हैं, टारगेट साइट है हारमोन नूं रिस्पॉन्स करती है। देयर आर मैनी एंडोक्राइन ग्लैंड, डक्टस ग्लैंड होंदी है जिदा टेस्टिस एंड ओवरी ये सैक्स हारमोन सक्रीट करते हैं। तो ये की है जिहड़े हारमोन पिट्यूटरी दे आए है, पिट्यूटरी तो हारमोन निकलणगे, इन्हें स्टिमुलेट करना टेस्टिस ते ओवरी नूं। टेस्टिस ने टेस्टोस्टेरोन लेना, ओवरी ने एस्ट्रोजन, फिर रिलीज़ हो जाते हैं, टारगेट साइट ते जाते हैं, ये पवर्टी चेंजिज आनी शुरू हो जाती है। पिट्यूटरी का सिग्नल जाना टेस्टिस ओवरी नूं, फिर इन्हें टारगेट ऑर्गन ते जाना, फिर वो चेंजिस आनी है। Haley and Buzzo have no understand that puberty marks the beginning of reproductive period when one become capable of reproduction। हुण समझ आ गया भी इस वेले रिप्रोडक्शन का शुरू हो जाता है। रिप्रोडक्टिव फेजिस ह्यूमन लाइफ दियां किहड़ियां है? अडोलेसेंस एज जो है कैपेबल ऑफ रिप्रोडक्शन, the testes and ovary become to reproduce gamete। सो ਜਿਹੜੇ ਗੈਮੇਟ ਬਣਾਉਣੇ ਸ਼ੁਰੂ ਹੋ ਜਾਂਦੇ ਆ, ਟੈਸਟਿਸ ਜਿਹੜਾ ਸਪਰਮ ਬਣਾਉਂਦਾ, ਓਵਰੀ ਐਗ ਬਣਾਉਂਦੀ ਹੈ। ਸੋ ਦਾ ਕੈਪੈਸਿਟੀ ਆਫ ਫਾਰ ਮੈਚੂਰੇਸ਼ਨ ਐਂਡ ਪ੍ਰੋਡਕਸ਼ਨ ਆਫ ਗੈਮੇਟ ਲਾਸਟ ਫਾਰ ਮਚ ਲੌਂਗਰ ਟਾਈਮ ਇਨ ਮੇਲ ਦੈਨ ਫੀਮੇਲ। ਮੇਲ ਜੋ ਹੈ ਜ਼ਿਆਦਾ ਸਮੇਂ ਤੱਕ ਗੈਮੇਟ ਬਣਾ ਸਕਦੇ ਸ਼ੁਕਰਾਣੂ, ਬਟ ਔਰਤਾਂ ਵਿੱਚ ਇਹ ਜਲਦੀ ਥੋੜ੍ਹੇ ਸਮੇਂ ਤੱਕ ਹੁੰਦਾ। ਫੀਮੇਲ ਦੇ ਜਿਹੜਾ ਰਿਪਰੋਡਕਟਿਵ ਫੇਜ਼ ਹੈ 10 ਤੋਂ 12 ਸਾਲ ਤੱਕ ਰਹਿੰਦੀ ਹੈ, 45 ਤੋਂ 50 ਸਾਲ ਦੇ ਵਿੱਚ ਖਤਮ ਹੋ ਜਾਂਦੀ ਹੈ। ओवा जो है मैच्योर ऑनसेट ऑफ पवर्टी, ओवा मैच्योर होंदा है तो रिलीज़ हो जाता है, ठीक है। फीमेल्स नूं साइकिल आंदा रिप्रोडक्टिव साइकिल 28 ਤੋਂ 30 दिन का। तो ड्यूरिंग दिस पीरीयड जो यूटरस है बच्चेदानी है, वाल थिक हो जाती है एग नूं रिसीव करन दे। जे फर्टिलाइज हो जाए तो डिवेलप हो जाती है प्रैगनेंसी के बाद। तो जे ना हो तो अंडा जोड़ा बाहर निकल जाता, तो जोड़ा सारा ब्लड बाहर निकलना, यूटरस बाल फिर टुट जाती है। इन्हूं कहते मैच्योरेशन, ब्लीडिंग आनी शुरू हो जाती है। मैच्योरेशन जो है 28 ਤੋਂ 30वें दिन च होंदी है। जो ब्लड पहली बार निकलता है फीमेल्स, उन्होंने मीनार्क कहते, पहला पीरियड जो लड़कियों को आता है 45 ਤੋਂ 50 साल की एज तक आता है, वो बाद बंद हो जाता है। इन्हूं कहते मीनोपाज, फिर वो पाँच हो जाती है, वो बाद बच्चों को जन्म नहीं दे सकती। सो पहेली से डैट रिप्रोडक्टिव लाइफ ऑफ वूमन लास्ट फ्रॉम मीनार्के टू मीनोपाज, इज़ इट राइट? हाँ जी, ये सही है। मैचूरेशन साइकिल जो है भी हारमोन नाल कंट्रोल होंदा है। सो ये मैचूरेशन होंदी, एग जोड़ा मैच्योर होंदा है, एग रिलीज़ होंदा है, यूटरस की बाल थिक होंदी है। तो ब्रेक डाउन इफ प्रैगनेंसी डज नॉट, जे शुक्राणु ना अंदर आवे तो टुट जाती है। सो केस ऑफ एग जोड़ा फर्टिलाइज बिकम टू डिवाइड एंड बिकम इंबैडेड इन यूटरस, जे डिवेलपमेंट हो जाए तो अंदर आ जाता। सो ये चेंजिज है। सो ये तुसी 9.8 दे विच पिछले चैप्टर च पढ़िया है, देख सकते हो तुसी। ये एग जो है इत्थों निकलिया है, इत्थे शुक्राणु जे मिल गया तो रिप्रोडक्शन हो गई है, तो इदा हौली हौली डिवाइड करता इत्थे लग जाता यूटरस दे विच। इस तरह जो भरूण है बनना शुरू हो जाता, फिर बाद में पूरा इदा बच्चा डिवेलप होंदा है। तो जे फर्टिलाइजेशन ना होवे, शुक्राणु अंदर ना जाए, तो यह सारा अंडा टुट के बाहर निकल जाता वजाइना दे, ते नाल ब्लड निकलता है, उन्होंने मैंशुरेशन कहते हैं। हो इज़ द सैक्स ऑफ बेबी डिटरमिन। हुण सैक्स किदां डिटरमिन करते हैं, ये तुहानूं मैं पहले भी दस्सिया सी। हुण बॉडी दे विच 46 क्रोमोसोम होंदे आ, 23 जोड़े। जिहड़ा लास्ट जोड़ा हुंदा है वो सैक्स क्रोमोसोम दा हुंदा, जां तो एक्स हुंदा जां एक्स वाई हुंदा मेल च, एक्स हुंदा फीमेल च। हुण तुसीं देख सकदे हो भी जिहड़ा शुक्राणु है, जे शुक्राणु दे विचों 22 क्रोमोसोम है, एग दे विच हमेशा एक्स होना, ठीक है। ये मिल गए इत्थे एक्स वाई आ गया, ये बॉय बन जाना। जे दोने एक्स आ गए तो गर्ल बन जाना। इस तरह जो सैक्स है डिटरमिन होंदा। तो जो लेडीज़ है फीमेल है सिर्फ गर्ल्स नूं ही बर्थ दे सकती हैं, क्योंकि उन्होंने सिर्फ एक्स क्रोमोसोम है। मुंडा होने के पिछे जो है बंदे का ही रोल होंदा, क्योंकि तो बाई क्रोमोसोम है। हारमोन अदर देन सैक्स हारमोन, सैक्स हारमोन के अलावा होर किहड़े हारमोन है? सो ये एंडोक्राइन ग्लैंड्स है बॉडी दियाँ, दिमाग दे विच पिट्यूटरी ग्लैंड है, ये थायराइड ग्लैंड गले च हुंदी है, जिन्हों थायराइड ग्लैंड कहते हैं। गुरदियां दे उपर हुंदी है एड्रीनल ग्लैंड, पैनक्रियाज ओवरी दे विच भी हुंदी है, टेस्टिस भी हुंदी है। ये अलग अलग हारमोन दिंदी है, ठीक है। सो जिस तरह थायराइड की गल करिए, थायराइड की कमी आ जाए तो ग्वाइटर गेंगा हो जाता है, इत्थों बाहर नूं निकल जाती धौण, ठीक है। तो थायरॉक्सिन हारमोन दिंदी है जो साडे शरीर का विकास करता है।
ਉਹਦੇ ਬਾਅਦ ਇਨਸੂਲਿਨ ਪੈਨਕ੍ਰੀਆਸ ਤੋਂ ਨਿਕਲਦਾ ਜੋ ਕਿ ਗਲੂਕੋਜ਼ ਨੂੰ ਗਲਾਈਕੋਜਨ 'ਚ ਬਦਲਦਾ, ਜਿਹਦੀ ਕਮੀ ਆ ਜਾਏ ਤਾਂ ਡਾਇਬਟੀਜ਼ ਦੀ ਬਿਮਾਰੀ ਹੋ ਜਾਂਦੀ, ਮਧੂਮੇਹ ਦੀ। ਐਡਰੀਨਲ ਜੋ ਹੈ ਗਲੈਂਡ ਗੁਰਦਿਆਂ ਦੇ ਉੱਪਰ ਹੁੰਦੀ ਹੈ, ਐਡਰੀਨਲ ਹਾਰਮੋਨ ਦਿੰਦੀ ਹੈ ਜੋ ਕਿ ਬੋਡੀ ਨੂੰ ਸਟ੍ਰੈਸ ਦੇ ਵਿੱਚ, ਗੁੱਸੇ ਦੇ ਵਿੱਚ ਹੌਸਲਾ ਦੇਣ 'ਚ ਹੈਲਪ ਕਰਦੀ ਹੈ। ਥਾਇਰੋਇਡ ਐਂਡ ਐਡਰੀਨਲ ਗਲੈਂਡ ਜੋ ਹੈ ਹਾਰਮੋਨ ਰਿਲੀਜ਼ ਕਰਦੀਆਂ, ਠੀਕ ਹੈ ਨਾ, ਪਿਟਿਊਟਰੀ ਦੇ ਸਿਗਨਲ ਦੇ ਨਾਲ। ਇਹਨੂੰ ਗਰੋਥ ਹਾਰਮੋਨ ਕਹਿੰਦੇ। ਇਹਨਾਂ ਸਾਡੇ ਸਰੀਰ ਦਾ ਵਾਧਾ ਹੁੰਦਾ ਹੈ। ਸੋ ਅਲੱਗ-ਅਲੱਗ ਹਾਰਮੋਨਸ ਦੀ ਗਲੈਂਡਸ ਦਾ ਅਲੱਗ-ਅਲੱਗ ਕੰਮ ਹੈ। ਆਰ ਦੇਅਰ ਹਾਰਮੋਨ ਅਦਰ ਐਨੀਮਲ ਆਲਸੋ, ਹੋਰ ਐਨੀਮਲਸ ਵੀ ਹਾਰਮੋਨ ਹੁੰਦੇ, ਸਹੀ ਗੱਲ ਹੈ, ਸਾਰੇ ਜਾਨਵਰਾਂ 'ਚ ਹਾਰਮੋਨ ਹੁੰਦੇ। ਰੋਲ ਆਫ ਹਾਰਮੋਨ ਇਨ ਕੰਪਲੀਟਿੰਗ ਦਾ ਲਾਈਫ ਹਿਸਟਰੀ ਆਫ ਇਨਸੈਕਟ ਐਂਡ ਫਰੋਗ। ਇਨਸੈਕਟ ਐਂਡ ਫਰੋਗ ਜਿਹੜੇ ਹੈ ਉਹਨਾਂ ਦੀ ਵੀ ਲਾਈਫ ਹਿਸਟਰੀ ਜਿਹੜੀ ਹੈ ਉਹ ਹਾਰਮੋਨ ਹੀ ਕਰਦੇ, ਕਿਉਂਕਿ ਫਰੋਗ ਅਤੇ ਕੀੜਿਆਂ ਦੇ ਵਿੱਚ ਕੀ ਹੁੰਦਾ, ਪਹਿਲੇ ਐਗ ਨਿਕਲਦਾ, ਫਿਰ ਲਾਰਵਾ, ਫਿਰ ਅਡਲਟ ਬਣਦਾ। ਜਿੱਦਾਂ ਸਿਲਕ ਮੋਥ, ਰੇਸ਼ਮ ਦਾ ਕੀੜਾ, ਡੱਡੂ ਹੋ ਗਿਆ, ਕੈਟਰਪਿਲਰ ਇੱਕ ਸੁੰਡੀ ਦੀ ਤਰ੍ਹਾਂ ਲਾਰਵਾ ਨਿਕਲਦਾ, ਫਿਰ ਅਡਲਟ ਬਣਦਾ। ਸੋ ਇਹਦੇ ਵਿੱਚ ਜਿਹੜੀ ਚੇਂਜਿਸ ਆਉਂਦੀ ਹੈ ਇਹਨੂੰ ਕਹਿੰਦੇ ਮੈਟਾਮੋਰਫੋਸਿਸ, ਲਾਰਵੇ ਤੋਂ ਅਡਲਟ ਬਣਨਾ। ਸੋ ਇਹਦੇ ਵਿੱਚ ਥਾਇਰੋਕਸਿਨ ਹਾਰਮੋਨ ਹੈ ਜੋ ਕਿ ਥਾਇਰੋਇਡ ਗਲੈਂਡ ਤੋਂ ਨਿਕਲਦਾ ਅਤੇ ਆਇਓਡੀਨ ਦੇ ਨਾਲ ਜ਼ਿਆਦਾ ਬਣਦਾ। ਤਾਂ ਇਹਦੇ ਨਾਲ ਜੋ ਹੈ ਟੈਡਪੋਲ ਲਾਰਵਾ ਜੋ ਮੱਛੀ ਅਤੇ ਡੱਡੂਆਂ ਦਾ ਲਾਰਵਾ ਹੁੰਦਾ ਉਹ ਤੋਂ ਅਡਲਟ ਬਣਦਾ, ਠੀਕ ਹੈ। ਆਇਓਡੀਨ ਹੋਣਾ ਬਹੁਤ ਜ਼ਰੂਰੀ ਹੈ। ਇਫ ਦਾ ਪੀਪਲ ਡੂ ਨੋਟ ਹੈਵ ਐਨਫ ਆਇਓਡੀਨ ਇਨ ਦੇਅਰ ਡਾਈਟ ਵਿਲ ਦੇ ਗੈਟ ਗੋਇਟਰ ਕੋਜ਼ ਟੂ ਲੈਕ ਆਫ ਥਾਇਰੋਕਸਿਨ। ਸਹੀ ਗੱਲ ਹੈ, ਇਹਦੇ ਬਿਨਾਂ ਜੋ ਹੈ ਗੋਇਟਰ ਹੋ ਜਾਂਦਾ ਜੇ ਆਇਓਡੀਨ ਨਾ ਹੋ ਖਾਈਏ ਤਾਂ। ਇਹਦੇ ਵਿੱਚ ਕਲੈਕਟ ਦਾ ਇਨਫੋਰਮੇਸ਼ਨ ਫਰੋਮ ਮੈਗਜ਼ੀਨ ਔਰ ਫਰੋਮ ਦਾ ਡਾਕਟਰ, ਪ੍ਰੀਪੇਅਰ ਨੋਟ ਔਨ ਇੰਪੋਰਟੈਂਸ ਆਫ ਕੰਜ਼ਿਊਮਿੰਗ ਆਇਓਡੀਨ। ਇਹ ਤੁਸੀਂ ਦੇਖ ਸਕਦੇ ਹੋ, ਡਾਕਟਰਸ ਤੋਂ ਪੁੱਛ ਸਕਦੇ ਹੋ, ਤੁਹਾਨੂੰ ਸਮਝ ਆ ਜਾਏਗੀ। ਰੀਪਰੋਡਕਟਿਵ ਹੈਲਥ ਜੋ ਹੈ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ। ਇਹਦੇ ਵਿੱਚ ਸੈਕਸ ਦੇ ਬਾਰੇ, ਬਿਮਾਰੀਆਂ ਜਿਹੜੀਆਂ ਕਿੱਦਾਂ ਬੱਚਿਆਂ 'ਚ ਕਿੱਦਾਂ ਕੰਟਰੋਲ ਕਰਨਾ। ਨਿਊਟ੍ਰੀਸ਼ਨ ਨੀਡ, ਅਡੋਲੈਸੈਂਸ ਏਜ ਦੇ ਵਿੱਚ ਜਿਹੜਾ ਨਿਊਟ੍ਰੀਸ਼ਨ ਬਹੁਤ ਚਾਹੀਦਾ ਹੁੰਦਾ ਕਿ ਗਰੋਥ ਬਹੁਤ ਜ਼ਿਆਦਾ ਹੁੰਦੀ ਹੈ। ਇਹਦੇ ਵਿੱਚ ਬੈਲੈਂਸ ਡਾਈਟ ਚਾਹੀਦੀ ਹੈ ਜਿਸ 'ਚ ਤੁਹਾਡੇ ਕੋਲੋਂ ਸਾਰੇ ਪੋਸ਼ਕ ਤੱਤ ਹੋਣ, ਪ੍ਰੋਟੀਨ, ਕਾਰਬੋਹਾਈਡਰੇਟ, ਫੈਟ, ਵਿਟਾਮਿਨ ਹੋਣ। ਇੰਡੀਅਨ ਮੀਲ ਜੋ ਸਾਡਾ ਰੋਟੀ, ਰਾਈਸ, ਦਾਲ ਹੈ, ਵੈਜੀਟੇਬਲ, ਬੈਲੈਂਸ ਡਾਈਟ ਹੈ। ਮਿਲਕ ਇੱਕ ਬੈਲੈਂਸ ਫੂਡ ਹੈ, ਇਹਦੇ ਵਿੱਚ ਸਾਰਾ ਕੁਝ ਹੁੰਦਾ। ਫਰੂਟ ਦੇ ਵਿੱਚ ਵੀ ਕਾਫੀ ਨੋਰਿਸ਼ਮੈਂਟ ਮਿਲਦਾ। ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਦੇਣਾ ਜ਼ਰੂਰੀ ਹੈ, ਇਹਦੇ ਵਿੱਚ ਕਾਫੀ ਕੁਛ ਹੈ। ਆਇਰਨ ਸਾਡਾ ਬਲੱਡ ਬਣਾਉਂਦਾ ਹੈ ਐਂਡ ਆਇਰਨ ਰਿਚ ਫੂਡ ਜਿੱਦਾਂ ਵੈਜੀਟੇਬਲਸ, ਪੱਤੇ ਵਾਲੀ ਸਬਜ਼ੀਆਂ, ਗੁੜ, ਮੀਟ, ਸਿਟਰਸ, ਆਮਲਾ, ਇਹਦੇ 'ਚ ਆਇਰਨ ਹੁੰਦਾ ਹੈ। ਅਤੇ ਐਡੋਲੈਸੈਂਸ 'ਚ ਖਾਣਾ ਚਾਹੀਦਾ। ਚੈੱਕ ਆਈਟਮ ਫਾਰ ਲੰਚ ਐਂਡ ਡਿਨਰ ਇਨ ਯੋਰ ਮੀਲ, ਇਜ਼ ਦਾ ਮੀਲ ਬੈਲੈਂਸ। ਸਾਰਾ ਖਾਣਾ ਦੇਖਣਾ ਚਾਹੀਦਾ ਕਿ ਖਾਣਾ ਤੁਹਾਡਾ ਸਹੀ ਹੈ। ਚਿਪਸ ਐਂਡ ਪੈਕਡ ਟੈਨ ਸਨੈਕ ਆਰ ਵੈਰੀ ਟੇਸਟੀ ਬਟ ਨੈਵਰ ਰਿਪਲੇਸ ਰੈਗੂਲਰ ਮੀਲ। ਇਹਨਾਂ ਨੂੰ ਘੱਟ ਖਾਣਾ ਚਾਹੀਦਾ, ਚਿਪਸ ਵਗੈਰਾ ਨੂੰ, ਕਿਉਂਕਿ ਇਹ 'ਚ ਤੁਹਾਨੂੰ ਐਨਰਜੀ ਤਾਂ ਮਿਲ ਜਾਂਦੀ ਪਰ ਇਹ 'ਚ ਬੈਲੈਂਸ ਡਾਈਟ ਨਹੀਂ ਹੁੰਦੀ। ਸੋ ਮੇਕ ਏ ਗਰੁੱਪ ਵਿਦ ਯੂਰ ਫਰੈਂਡ, ਰਾਈਟ ਔਨ ਦਾ ਆਈਟਮ ਆਫ ਫੂਡ, ਕਿਹੜੇ ਕਿਹੜੇ ਖਾਂਦੇ ਆ, ਬ੍ਰੇਕਫਾਸਟ, ਲੰਚ, ਆਈਡੈਂਟੀਫਾਈ ਕਰਨਾ ਹੈ ਵੀ ਕੀ ਇਹ ਗਰੋਥ ਵਾਸਤੇ ਜ਼ਰੂਰੀ ਹੈ। ਸੋ ਇਹਦੇ ਵਿੱਚ ਤੁਸੀਂ ਦੇਖੋ ਮੀਟ ਵੀ ਆ ਜਾਂਦਾ ਹੈ, ਵੈਜੀਟੇਬਲਸ, ਫਰੂਟ, ਮਿਲਕ, ਅੰਡੇ, ਦਾਲਾਂ, ਇਹ ਨਿਊਟ੍ਰੀਸ਼ਨ ਦਾ ਕੰਮ ਕਰਦੇ ਹਨ। ਪਰਸਨਲ ਹਾਈਜੀਨ, ਆਪਣੀ ਜਿਹੜੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ। ਬੋਡੀ ਦੇ ਸਾਰੇ ਹਿੱਸੇ ਪੂਰੀ ਤਰ੍ਹਾਂ ਸਾਫ਼ ਕਰਨੇ ਜ਼ਰੂਰੀ ਹੈ ਕਿਉਂਕਿ ਉੱਥੇ ਜਿਹੜੀ ਇਨਫੈਕਸ਼ਨ ਹੋ ਸਕਦੀ, ਬੈਕਟੀਰੀਅਲ ਇਨਫੈਕਸ਼ਨ। ਗਰਲਸ ਨੂੰ ਆਪਣੀ ਕੇਅਰ ਕਰਨੀ ਚਾਹੀਦੀ ਹੈ ਜਦੋਂ ਉਹਨਾਂ ਨੂੰ ਪੀਰੀਅਡ ਆਉਂਦੇ ਆ, ਅਤੇ ਦੇ ਸ਼ੁੱਡ ਕੀਪ ਟਰੈਕ ਫਾਰ ਦੇਅਰ ਮੈਂਸਟਰੁਅਲ ਸਾਈਕਲ ਐਂਡ ਪ੍ਰੀਪੇਅਰਡ ਔਨਸੈਟ ਆਫ ਮੈਂਸਟਰੂਏਸ਼ਨ। ਸੈਨੀਟਰੀ ਪੈਡ ਦਾ ਯੂਜ਼ ਕਰਨਾ ਚਾਹੀਦਾ ਅਤੇ ਹੋਮਮੇਡ ਪੈਡ ਘਰ ਬਣਾ ਸਕਦੇ ਸਾਫ਼। ਪੈਡ ਕਲੀਨ ਕਰਨਾ ਚਾਹੀਦਾ, ਹਰ 4-5 ਘੰਟੇ ਬਾਅਦ ਚੇਂਜ ਕਰੋ। ਫਿਜ਼ੀਕਲ ਐਕਸਰਸਾਈਜ਼ ਕਰਨੀ ਚਾਹੀਦੀ, ਇਹਨਾਂ ਬੋਡੀ ਜਿਹੜੀ ਹੈ ਸਹੀ ਰਹਿੰਦੀ ਹੈ, ਸਟਰੈਸ ਨਿਕਲਦੀ ਹੈ, ਠੀਕ ਹੈ। ਸੋ ਕਈ ਮਿੱਥ ਵੀ ਹੈਗੀਆਂ, ਨਸ਼ਾ ਕਰੋ, ਨਸ਼ਾ ਕਈ ਲੋਕ ਕਰਦੇ ਆ ਧਰਮ ਦੇ ਨਾਂ 'ਤੇ, ਨਹੀਂ ਕਰਨਾ ਚਾਹੀਦਾ। ਮਿੱਥ ਤੰਬਾਕੂ ਦੀਆਂ। ਗਰਲ ਜਿਹੜੀ ਹੈ ਬਿਕਮ ਪ੍ਰੈਗਨੈਂਟ ਇਫ ਸ਼ੀ ਲੁੱਕ ਐਟ ਬੋਏ ਡਿਊਰਿੰਗ ਮੈਂਸਟਰੂਏਸ਼ਨ, ਗਲਤ ਹੈ। ਕੁੜੀ ਮੁੰਡੇ ਵੱਲ ਜੇ ਪੀਰੀਅਡ 'ਚ ਦੇਖੇ ਪ੍ਰੈਗਨੈਂਟ ਹੋ ਜਾਂਦੀ, ਗਲਤ ਹੈ। ਮਦਰ ਰਿਸਪੋਂਸੀਬਲ ਫਾਰ ਸੈਕਸ ਆਫ ਚਾਈਲਡ, ਮੁੰਡੇ ਨੂੰ ਜਨਮ ਦੇ 'ਚ ਮਾਂ ਜ਼ਿੰਮੇਵਾਰ, ਹੈ ਵੀ ਗਲਤ ਹੈ। ਗਰਲ ਸ਼ੁੱਡ ਨੋਟ ਬੀ ਅਲਾਉਡ ਟੂ ਵਰਕ ਇਨ ਦਾ ਕਿਚਨ ਡਿਊਰਿੰਗ ਮੈਂਸਟਰੂਏਸ਼ਨ, ਜਦੋਂ ਪੀਰੀਅਡ ਆਏ ਤਾਂ ਕੁੜੀਆਂ ਨੂੰ ਰਸੋਈ ਦਾ ਕੰਮ ਨਹੀਂ ਕਰਨ ਦੇਣਾ, ਵੀ ਗਲਤ ਹੈ। ਇਹ ਸਾਰੀਆਂ ਗੰਦੀਆਂ ਧਾਰਨਾਵਾਂ ਤੋਂ ਬਚਣਾ ਚਾਹੀਦਾ। ਸਾਨੂੰ ਨਸ਼ੇ ਜੋ ਹੈ ਉਹ ਤਿਆਗਣੇ ਚਾਹੀਦੇ ਇਹਨਾਂ। ਸਾਡੀ ਜਿਹੜੀ ਹੈਲਥ, ਜਿਹੜਾ ਸਾਡਾ ਮਾਈਂਡ ਹੈ ਬਹੁਤ ਖ਼ਰਾਬ ਹੁੰਦਾ। ਸੋ ਡਰੱਗਸ ਜਿਹੜੀਆਂ ਨਹੀਂ ਲੈਣੀਆਂ ਚਾਹੀਦੀਆਂ। ਸੋ ਇਹਦੇ ਨਾਲ ਸਾਨੂੰ ਬਿਮਾਰੀਆਂ ਜਿੱਦਾਂ ਏਡਸ ਹੋਈ, ਇਹ ਹੋਣ ਦਾ ਵੀ ਕਾਰਨ ਹੈ। ਵਾਇਰਸ ਸਾਡੀ ਬੋਡੀ 'ਚ ਆ ਜਾਂਦਾ ਹੈ ਪਰਸਨ ਦੇ ਵਿੱਚ, ਜੇ ਇਨਫੈਕਟਡ ਦੇ ਨਾਲ ਅਸੀਂ ਜਾਂ ਸੰਭੋਗ ਕਰਦੇ ਹਾਂ ਜਾਂ ਸਰਿੰਜ ਲੱਗ ਜਾਂਦੀ ਹੈ, ਬਲੱਡ ਚਲਾ ਜਾਂਦਾ ਹੈ। ਸੋ ਸਾਨੂੰ ਆਪਣੀ ਜਿਹੜੀ ਹੈ ਸੈਕਸ ਕੰਟੈਕਟ ਬਣਾਉਣ ਦੇ ਨਾਲ ਵੀ ਏਡਸ ਹੋ ਜਾਂਦੀ ਹੈ। ਤਾਂ ਇਸ ਲਈ ਸਾਨੂੰ ਜੋ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ, ਪ੍ਰੋਪਰ ਡਾਈਟ ਲੈਣੀ ਚਾਹੀਦੀ ਹੈ, ਠੀਕ ਹੈ। ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਿਆ ਹੈ ਐਡਮ, ਐਪਲ, ਅਡੋਲੈਸੈਂਟ, ਐਡਰਾਲੀਨ, ਬੈਲੈਂਸ ਡਾਈਟ, ਐਂਡੋਕਰਾਈਨ ਗਲੈਂਡ, ਐਸਟ੍ਰੋਜਨ ਹਾਰਮੋਨ, ਇਨਸੂਲਿਨ, ਲੇਰਿੰਗਸ, ਪਿਟਿਊਟਰੀ,
poverty, reproductive health, secondary sexual characters, sex chromosome, target site, testosterone, thyroxine, voice box। सो लास्ट ਵਿੱਚ ਸਮਰੀ ਹੈ। सो ਮੈਨੂੰ ਉਮੀਦ ਹੈ ਵਿਦਿਆਰਥੀਓ ਤੁਹਾਨੂੰ ਪੂਰਾ ਚੈਪਟਰ ਸਮਝ ਆ ਗਿਆ ਹੋਏਗਾ। ਕਿਸ ਤਰ੍ਹਾਂ ਵੀਡੀਓ ਲੱਗਿਆ ਕਾਈਂਡਲੀ ਕਮੈਂਟ ਜ਼ਰੂਰ ਕਰਨਾ ਤੇ ਨਾਲ ਹੀ ਇਹਦੀ ਤੁਹਾਨੂੰ ਐਕਸਰਸਾਈਜ਼ ਮੈਂ ਸੈਂਡ ਕਰ ਦਾਂਗਾ, ਤੁਸੀਂ ਇਹ ਤਿਆਰ ਕਰ ਲੈਣਾ ਹੈ। ਟਰਮ 2 ਦੇ ਵਿੱਚ ਆਉਣ ਦੇ ਕਾਫੀ ਚਾਂਸਸ। ਥੈਂਕ ਯੂ ਐਂਡ ਬੈਸਟ ਆਫ ਲੱਕ।